प्रभु नानक दे कर हथ डोलन ते राखो। प्रभु नानक दे कर हथ कवन वडाई कह सकूं। बेअंत गुणीता कर कृपा मोहे नाम देहो। नानक दरस रीता कर कृपा मोहे नाम देहो। नानक दरस रीता। जुग जुग अटल सतगुरु गुरगद्दी ते सुभाईमान दसां पातशाहियां दी जोत सतगुरु ਸਾਹਿਬ श्री गुरु ग्रंथ साहिब जी महाराज जियां दी पावन पवित्र मुबारक हजूरी विखे जुड़ बैठी साध संगत वड्डियां भागां वाले हाँ। गुरसंगत रूप च गुरु के दरबार विखे जुड़ मिल बैठे हाँ और गुरु घर दे कीर्तनियां पासों पावन बाणी दे शब्द कीर्तन आप जी ने श्रवण कीते ने। उपरंत आओ गुरु अर्जन देव जी महाराज वल्लों बख्शिश पावन बाणी सुखमनी साहब दी विचार दे नाल जुड़िए। सब तो पहला गुरु बख्शी फतेह अदब सहित प्रवान करो। आखो जी वाहिगुरु जी का खालसा वाहिगुरु जी की फतेह। गुरु अर्जन देव जी महाराज जी दी रसना तो उचारण पावन बाणी सुखमनी साहब दी लड़ीवार विचार चल रही है और इस बाणी दी तीजी अष्टपदी दे पहले 4 बंदा तक दी विचार आप जी ने पिछले रिया दीवाना च श्रवण कीती है। मिथे हुए समय मुताबक अगलेरी गुरबाणी विचार की सांझ अज दे दीवाना च असी पावांगे। धन गुरु अर्जन देव जी महाराज फरमान करते हैं 4 पदार्थ जे को मांगै साध जना की सेवा लागै। 4 शब्द गुरबाणी च 2 अर्थां च आउंदा है। एक सामने आप जी स्क्रीन ते लिखिया पढ़ रहे हो 4 जिथे रारे दे सिहारी लगी है और गुरु ग्रंथ साहिब जी च जिथे भी चिचे नू कन्ना रारे नू सिहारी लग के 4 शब्द आउंदा है। इहदा अर्थ है गिणती दे 4 4। पर इहदे तो बिना एक रूप दे विच 4 होर भी आउंदा है। जिवें आपां जपजी साहिब च पढ़दे हां गावै को गुण वडियाइयां 4। उथे 4 दे रारे नू सिहारी नहीं लगी है। हुण जदों जपजी साहिब पढ़ोगे ध्यान दे नाल देखना उथे 4 दे रारे नू सिहारी नहीं लगी है। चिचे नू कन्ना रारा और जिथे भी गुरु ग्रंथ साहिब जी च चचे नू कन्ना ते रारा शब्द आके 4 आउंदा है उहदा अर्थ है सुंदर। उहदा अर्थ गिणती दे 4 नहीं हैं 4 नहीं है। उहदा भाव है ब्यूटीफुल सुंदर। जिथे 4 दे रारे नू सिहारी लग के 4 आवेगा उहदा मतलब है 4। महाराज कहंदे 4 पदार्थ जे को मांगै। पुराने समयां तो साडे देश अंदर ये विचार चलदी आई है कि मनुख नू जीवन सुखिया सुहेला बनाउण दे लई जां लोक ते परलोक शरीरक ते आत्मक सुख दे लई 4 चीज़ां दी लोड़ है। ਉਹਨੂੰ ਸਾਡੇ ਦੇਸ਼ ਦੇ ਪੁਰਾਣੇ ਵਿਦਵਾਨਾਂ ਨੇ ਰਿਸ਼ੀਆਂ ਮੁਨੀਆਂ ਨੇ 4 ਸ਼ਬਦ ਮੰਨੇ ਹਨ ਧਰਮ ਅਰਥ
ਕਾਮ ਮੋਕਸ਼। ਧਰਮ ਦਾ ਮਤਲਬ ਹੈ ਧਾਰਮਿਕ ਤੌਰ ਤੇ ਮਨੁੱਖ ਸੰਪੰਨ ਹੋਵੇ, ਬੰਦਾ ਧਰਮੀ ਹੋਵੇ। ਅਰਥ ਦਾ ਮਤਲਬ ਹੈ ਆਰਥਿਕ ਤੌਰ ਤੇ ਬੰਦੇ ਦੇ ਕੋਲ ਧਨ ਸਾਧਨ ਇੰਨੇ ਹੋਣ ਕਿ ਜ਼ਿੰਦਗੀ 'ਚ ਕੋਈ ਪਰੇਸ਼ਾਨੀ, ਕੋਈ ਦੁੱਖ ਨਾ ਹੋਵੇ। ਕਾਮ ਦਾ ਮਤਲਬ ਹੈ ਹਰ ਬੰਦਾ ਚਾਹੁੰਦਾ ਹੈ ਕਿ ਮੇਰੀਆਂ ਕਾਮਨਾਵਾਂ, ਭਾਵਨਾਵਾਂ ਪੂਰੀਆਂ ਹੋਣ, ਜਿਹੜੇ ਮੇਰੇ ਮਨ ਦੇ ਵਲਵਲੇ ਨੇ ਉਹ ਪੂਰੇ ਹੋਣ। ਇਹ ਵੀ ਚੀਜ਼ ਦੁਨਿਆਵੀ ਸੰਸਾਰੀ ਜੀਵਨ ਦੇ ਨਾਲ ਸੰਬੰਧ ਰੱਖਦੀ ਹੈ। ਚੌਥੇ ਨੰਬਰ ਤੇ ਹੈ ਮੋਖ, ਮੁਕਤੀ। ਮੈਨੂੰ ਮੁਕਤੀ ਦੀ ਦਾਤ ਪ੍ਰਾਪਤ ਹੋਵੇ। ਧਰਮ ਤੇ ਮੋਖ ਇਹ ਆਤਮਾ ਦੇ ਨਾਲ, ਰੂਹ ਦੇ ਨਾਲ ਸੰਬੰਧਿਤ ਦੋ ਪਦਾਰਥ ਹਨ, ਔਰ ਅਰਥ ਤੇ ਕਾਮ ਇਹ ਸਰੀਰ ਦੇ ਨਾਲ ਸੰਬੰਧਿਤ ਦੋ ਪਦਾਰਥ ਹਨ, ਸਰੀਰਕ ਜੀਵਨ ਦੇ ਨਾਲ। ਹੁਣ ਮਹਾਰਾਜ ਕਹਿੰਦੇ ਜੇ ਕੋਈ ਮਨੁੱਖ ਚਾਹੁੰਦਾ ਹੈ ਕਿ ਮੇਰੇ ਸਰੀਰ ਦੀਆਂ ਲੋੜਾਂ ਵੀ ਪੂਰੀਆਂ ਹੋਣ, ਮੇਰੀ ਆਤਮਾ, ਮੇਰੀ ਰੂਹ ਦੀਆਂ ਲੋੜਾਂ ਵੀ ਪੂਰੀਆਂ ਹੋਣ, ਤੇ ਉਹਦੇ ਲਈ ਫਿਰ ਕੀ ਰਸਤਾ ਹੈ? ਸਾਧ ਜਨਾਂ ਕੀ ਸੇਵਾ ਲਾਗੈ। ਉਹ ਬੰਦਾ ਫਿਰ ਭਲੇ ਪੁਰਖਾਂ, ਗੁਰਮੁਖਾਂ ਦੀ, ਗੁਰੂ ਦੀ ਸੇਵਾ ਦੇ ਵਿੱਚ ਜੁੜ ਜਾਏ। ਫਿਰ ਚਾਰੇ ਹੀ ਪਦਾਰਥ ਮਿਲ ਜਾਣਗੇ। ਗੁਰ ਸੇਵਾ ਤੇ ਸੁਖ ਉਪਜੈ, ਫਿਰ ਦੁੱਖ ਨਾ ਲੱਗੈ ਆਏ। ਜੰਮਣ ਮਰਨਾ ਮਿਟ ਗਿਆ, ਕਾਲੈ ਕਾ ਕਿਛ ਨਾ ਬਸਾਏ। ਜਿਹੜਾ ਗੁਰੂ ਦੀ ਸੇਵਾ ਦੇ ਰਸਤੇ ਤੇ ਤੁਰਦਾ ਹੈ, ਗੁਰੂ ਸੇਵਾ ਦੀਆਂ ਐਸੀਆਂ ਬਖਸ਼ਿਸ਼ਾਂ, ਬਰਕਤਾਂ ਨੇ, ਗੁਰੂ ਉਹਦਾ ਲੋਕ ਵੀ ਸੁਹੇਲਾ ਬਣਾ ਦਿੰਦੇ ਨੇ, ਪਰਲੋਕ ਵੀ ਸੁਹੇਲਾ ਬਣਾ ਦਿੰਦੇ ਹਨ। ਸੋ ਮਹਾਰਾਜ ਗੁਰੂ ਅਰਜਨ ਸਾਹਿਬ ਕਹਿੰਦੇ ਭਾਈ ਜੇ ਚਾਰ ਪਦਾਰਥ ਚਾਹੀਦੇ ਨੇ, ਤਰੀਕਾ ਉਹਦਾ ਸਿੱਧਾ ਇਹ ਹੈ ਕਿ ਸਾਧ ਜਨਾਂ ਕੀ ਸੇਵਾ ਲਾਗੈ। ਸੇਵਾ ਦੇ ਰਸਤੇ ਤੇ, ਗੁਰਮੁਖਾਂ ਦੀ, ਗੁਰੂ ਦੀ ਸੇਵਾ ਦੇ ਰਸਤੇ ਤੇ ਤੁਰੋ। ਜੇ ਕੋ ਆਪਣਾ ਦੁੱਖ ਮਿਟਾਵੇ। ਅਸੀਂ ਸਾਰੇ ਹੀ ਚਾਹੁੰਦੇ ਹਾਂ ਕਿ ਸਾਡੇ ਜੀਵਨ ਦੇ ਦੁੱਖ ਮੁੱਕ ਜਾਣ। ਸੁੱਖ ਦੀਆਂ ਅਸੀਂ ਅਰਦਾਸਾਂ ਕਰਦੇ ਹਾਂ, ਸੁੱਖ ਦੇ ਸਾਡੇ ਦਿਨ ਰਾਤ ਦੇ ਯਤਨ ਹੁੰਦੇ ਹਨ। ਸੁੱਖ ਹੀ ਸੁੱਖ ਹਰ ਬੰਦਾ ਚਾਹੁੰਦਾ ਹੈ। ਜਿੱਥੋਂ ਸਾਨੂੰ ਲੱਗਦਾ ਹੈ ਜੀਵਨ ਦੁਖੀ ਹੋ ਰਿਹਾ ਹੈ, ਉਹ ਚੀਜ਼ ਬੰਦਾ ਛੱਡਣਾ ਚਾਹੁੰਦਾ ਹੈ ਕਿ ਇਹ ਦੁੱਖ ਦਾ ਕਾਰਨ ਹੈ, ਇਹਨੂੰ ਮੈਂ ਛੱਡ ਦੇਵਾਂ। ਮੋਟਰ ਗੱਡੀ, ਕਾਰ ਆਪਾਂ ਖਰੀਦਦੇ ਹਾਂ ਕਾਹਦੇ ਲਈ? ਆਪਣੇ ਸੁੱਖ ਦੇ ਲਈ। ਹੁਣ ਉਹ ਗੱਡੀ ਰੋਜ਼ ਵਿਗੜਦੀ ਹੈ। ਜਦੋਂ ਆਪਾਂ ਸਟਾਰਟ ਕਰਕੇ ਕਿਧਰੇ ਜਾਣਾ ਹੋਵੇ, ਸਟਾਰਟ ਹੀ ਕੋਈ ਨਾ ਹੋਵੇ। ਰੋਜ਼ ਦਾ ਜਦੋਂ ਝਮੇਲਾ ਹੁੰਦਾ, ਬੰਦਾ ਕਹਿੰਦਾ ਖਰੀਦੀ ਸੁੱਖ ਦੇ ਲਈ ਸੀ, ਇਹ ਤੇ ਦੁੱਖ ਦਾ ਕਾਰਨ ਬਣ ਗਈ, ਇਹਨੂੰ ਕੱਢ ਦੇਵੋ। ਇਦਾਂ ਹੀ ਬਾਕੀ ਚੀਜ਼ਾਂ ਵੀ ਹਨ। ਇੱਥੋਂ ਤੱਕ ਕਿ ਦੇਖੋ ਲੋਕ ਔਲਾਦ ਚਾਹੁੰਦੇ ਹਨ। ਮਹਾਰਾਜ ਕਹਿੰਦੇ ਉਹਦੇ ਪਿੱਛੇ ਵੀ ਮਨਸਾ ਸੁੱਖ ਦੀ ਹੁੰਦੀ ਹੈ। ਕਈ ਵਾਰ ਕੋਈ ਔਲਾਦ, ਕੋਈ ਧੀ ਪੁੱਤਰ ਐਸਾ ਮਾੜਾ ਨਿਕਲਦਾ ਹੈ, ਦੁਖੀ ਕਰ ਦਿੰਦਾ ਹੈ, ਦਿਨ ਰਾਤ ਦੇ ਉਲਾਮੇ। ਬੰਦਾ ਕਹਿੰਦਾ ਹੈ ਇਹਦੇ ਨਾਲੋਂ ਤੇ ਨਾ ਹੁੰਦਾ ਚੰਗਾ ਸੀ। ਲੋਕ ਔਲਾਦ ਨੂੰ ਬੇਦਖਲ ਕਰ ਦਿੰਦੇ ਹਨ। ਕਿਉਂ? ਕਿਉਂਕਿ ਲੱਗ ਰਿਹਾ ਸੀ ਇੱਥੇ ਸੁੱਖ ਨਹੀਂ ਹੈ, ਇੱਥੇ ਦੁੱਖ ਹੈ। ਸੋ ਕਹਿਣ ਦਾ ਭਾਵ ਕਿ ਸਾਨੂੰ ਸੁੱਖ ਚਾਹੀਦਾ ਹੈ, ਦੁੱਖ ਨਹੀਂ ਚਾਹੀਦਾ। ਦੁੱਖ ਅਸੀਂ ਜੀਵਨ ਦੇ ਖਤਮ ਕਰਨਾ ਚਾਹੁੰਦੇ ਹਾਂ, ਔਰ ਗੁਰੂ ਮਹਾਰਾਜ ਉਹਦਾ ਬੜਾ ਸੌਖਾ ਤਰੀਕਾ ਸਾਨੂੰ ਦੱਸਦੇ ਹਨ। ਜੇ ਕੋ ਆਪਣਾ ਦੁੱਖ ਮਿਟਾਵੈ। ਜੇ ਕੋਈ ਚਾਹੁੰਦਾ ਹੈ ਮੇਰੇ ਜੀਵਨ ਦੇ ਦੁੱਖ ਮੁੱਕ ਜਾਣ, ਮਿਟ ਜਾਣ, ਮਹਾਰਾਜ ਕਹਿੰਦੇ ਹਰ ਹਰ ਨਾਮ ਰਿਦੇ ਸਦ ਗਾਵੇ। ਤਰੀਕਾ ਇਹ ਹੈ ਕਿ ਉਹ ਬੰਦਾ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਹਿਰਦੇ ਕਰਕੇ ਗਾਵੇ, ਵਾਹਿਗੁਰੂ ਪਰਮੇਸ਼ਰ ਦੇ ਨਾਮ 'ਚ ਜੁੜੇ। ਕਿਉਂਕਿ ਅਕਾਲ ਪੁਰਖ ਪਰਮਾਤਮਾ ਦਾ ਨਾਮ ਸਾਰੇ ਦੇ ਸਾਰੇ ਦੁੱਖ ਕੱਟਣ ਵਾਲਾ ਹੈ, ਸਾਰੇ ਦੇ ਸਾਰੇ ਰੋਗ ਸੋਗ ਜੀਵਨ 'ਚੋਂ ਮੁਕਾ ਦੇਣ ਵਾਲਾ ਹੈ ਅਕਾਲ ਪੁਰਖ ਵਾਹਿਗੁਰੂ ਦਾ ਨਾਮ। ਜਿਹੜੇ ਵਾਹਿਗੁਰੂ ਦਾ ਪਰਮੇਸ਼ਰ ਦਾ ਨਾਮ ਜਪਦੇ ਹਨ, ਦੇਖੋ ਦੁੱਖ ਤੇ ਸੁੱਖ ਅਸਲ 'ਚ ਇਹ ਸਾਨੂੰ ਮਾਨਸਿਕ ਤੌਰ ਤੇ ਪ੍ਰਭਾਵਿਤ ਕਰਦੇ ਹਨ। ਜਿੱਥੋਂ ਸਾਡਾ ਮਨ ਖੇੜੇ 'ਚ ਪਹੁੰਚ ਜਾਂਦਾ ਹੈ, ਉਹ ਸਾਨੂੰ ਲੱਗਦਾ ਹੈ ਸੁੱਖ ਹੈ। ਜਿੱਥੇ ਸਾਡਾ ਮਨ ਪਰੇਸ਼ਾਨੀਆਂ 'ਚ ਚਲਿਆ ਜਾਂਦਾ ਹੈ, ਉੱਥੋਂ ਸਾਨੂੰ ਲੱਗਦਾ ਹੈ ਕਿ ਇਹ ਚੀਜ਼ ਦੁਖੀ ਹੈ। ਜਦੋਂ ਬੰਦਾ ਅਕਾਲ ਪੁਰਖ ਦੇ ਪਰਮੇਸ਼ਰ ਦੇ ਨਾਮ ਦੇ ਨਾਲ, ਗੁਰੂ ਕੀ ਬਾਣੀ, ਗੁਰੂ ਕੇ ਸ਼ਬਦ ਦੇ ਨਾਲ ਜੁੜਦਾ ਹੈ, ਫਿਰ ਸਾਨੂੰ ਮਾਨਸਿਕ ਤੌਰ ਤੇ, ਮੈਂਟਲੀ ਤੌਰ ਤੇ ਮਨੁੱਖ ਸਟਰੋਂਗ ਹੁੰਦਾ ਹੈ। ਜਿਨ੍ਹਾਂ ਨੇ ਨਾਮ ਜਪਿਆ ਧਿਆਇਆ, ਆਪਾਂ ਇਤਿਹਾਸ ਪੜ੍ਹਦੇ ਹਾਂ, ਕਿੰਨੇ ਤਰ੍ਹਾਂ ਦੇ ਤਸੀਹੇ ਵੀ ਉਹਨਾਂ ਨੂੰ ਦਿੱਤੇ ਗਏ। ਸਾਹਿਬਜ਼ਾਦਿਆਂ ਦਾ ਸ਼ਹੀਦੀ ਜੀਵਨ, ਸ਼ਹੀਦੀ ਸਾਕੇ ਅਸੀਂ ਵਿਚਾਰੇ ਵੀ ਹਨ। ਕਿੰਨੇ ਤਰੀਕਿਆਂ ਦੇ ਨਾਲ ਉਹਨਾਂ ਨੂੰ ਟੌਰਚਰ ਵੀ ਕੀਤਾ ਗਿਆ, ਉਹਨਾਂ ਫਿਰ ਵੀ ਦੁੱਖ ਕੋਈ ਨਹੀਂ ਮੰਨਿਆ।
ਕਾਰਨ ਕੀ ਸੀ? ਉਹ ਮੈਂਟਲੀ ਤੌਰ ਤੇ, ਮਾਨਸਿਕ ਤੌਰ ਤੇ ਇੰਨੇ ਸਟਰੋਂਗ, ਇੰਨੇ ਮਜ਼ਬੂਤ ਹੋ ਚੁੱਕੇ ਸਨ ਕਿ ਉਹਨਾਂ ਨੂੰ ਦੁੱਖ ਵੀ ਦੁੱਖ ਲੱਗਦਾ ਹੀ ਕੋਈ ਨਹੀਂ ਸੀ, ਦੁੱਖ ਜੀਵਨ ਚੋਂ ਮੁੱਕ ਹੀ ਗਿਆ ਸੀ। ਇਸੇ ਨੂੰ ਮਹਾਰਾਜ ਕਹਿੰਦੇ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ। ਲੋਕ ਕਹਿੰਦੇ ਨੇ ਆ ਕੰਮ ਤੇ ਬੜਾ ਦੁੱਖ ਵਾਲਾ ਹੈ, ਪਰ ਜਿਹੜਾ ਸਾਰਾ ਕੁਝ ਆਪਣੇ ਪਿੰਡੇ ਤੇ ਹੰਡਾਉਂਦਾ ਪਿਆ ਉਹ ਕਹਿੰਦਾ ਭਾਈ ਦੁੱਖ ਨਹੀਂ, ਸਭ ਸੁੱਖ ਹੀ ਹੈ ਰੇ। ਇਹ ਉਹ ਕਹਿੰਦਾ ਹੈ ਤੇਰਾ ਕੀਆ ਮੀਠਾ ਲਾਗੈ, ਹਰ ਨਾਮ ਪਦਾਰਥ ਨਾਨਕ ਮੰਗੈ। ਇਹ ਇੱਕ ਜੀਵਨ ਦੀ ਅਵਸਥਾ ਫਿਰ ਵਾਹਿਗੁਰੂ ਦਾ ਨਾਮ ਧਿਆ ਕੇ ਐਸੀ ਬਣ ਜਾਂਦੀ ਹੈ ਕਿ ਸੁਖ ਸਨੇਹ ਅਰ ਭੈ ਨਹੀਂ ਜਾਕੈ, ਕੰਚਨ ਮਾਟੀ ਮਾਨੈ। ਇਹ ਛੋਟੀਆਂ ਮੋਟੀਆਂ ਦੁਨਿਆਵੀ ਚੀਜ਼ਾਂ ਤੋਂ ਉਹ ਗੁਰਮੁਖ ਉੱਪਰ ਹੀ ਉੱਠ ਜਾਂਦਾ ਹੈ। ਔਰ ਉਹ ਉੱਚਾ ਜੀਵਨ ਬਣਾਉਣ ਦੇ ਲਈ ਮਹਾਰਾਜ ਕਹਿੰਦੇ ਹਰ ਹਰ ਨਾਮ ਰਿਦੇ ਸਦ ਗਾਵੇ। ਇਹੀ ਜੁਗਤੀ ਹੈ, ਬੰਦਾ ਅਕਾਲ ਪੁਰਖ ਦਾ, ਪਰਮੇਸ਼ਰ ਦਾ ਨਾਮ ਹਮੇਸ਼ਾ ਧਿਆਵੇ ਗਾਵੇ। ਜੇ ਕੋ ਆਪਣੀ ਸ਼ੋਭਾ ਲੋਰੈ, ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਜੇ ਕੋਈ ਬੰਦਾ ਚਾਹੁੰਦਾ ਹੈ ਕਿ ਮੇਰੀ ਸਮਾਜ ਅੰਦਰ, ਮੇਰੀ ਜਗਤ ਦੇ ਅੰਦਰ ਸ਼ੋਭਾ ਹੋਵੇ, ਵੈਸੇ ਤੇ ਹਰ ਬੰਦਾ ਹੀ, ਇਹ ਦੇਖੋ ਸੰਸਾਰ ਅੰਦਰ ਸਾਡੀ ਸਭ ਦੀ ਇਹ ਤਮੰਨਾ ਹੈ ਕਿ ਮੇਰਾ ਚੰਗਾ ਸਮਾਜ, ਸੰਸਾਰ ਅੰਦਰ ਸਟੇਟਸ ਹੋਵੇ, ਚੰਗੀ ਲੋਕ ਇੱਜ਼ਤ ਦੇਣ, ਸ਼ੋਭਾ ਕਰਨ, ਵਡਿਆਈ ਕਰਨ। ਔਰ ਇਹਦੇ ਲਈ ਫਿਰ ਆਪਾਂ ਕਈ ਤਰ੍ਹਾਂ ਦੇ ਯਤਨ ਵੀ ਕਰਦੇ ਹਾਂ। ਲੋਕ ਤੇ ਇਸ ਹੱਦ ਤੱਕ ਜਾਂਦੇ ਹਨ ਕਿ ਬਾਹਰ ਦੇ ਸਾਧਨ ਬੜੇ ਵਰਤਦੇ ਹਨ। ਇੱਕ ਹੁੰਦਾ ਹੈ ਆਪਣੀ ਸ਼ਖਸੀਅਤ ਨੂੰ ਇੰਨਾ ਚੰਗਾ ਬਣਾ ਲੈਣਾ ਕਿ ਲੋਕ ਸਾਡੀ ਗੈਰ ਹਾਜ਼ਰੀ ਦੇ ਵਿੱਚ ਵੀ ਕਹਿਣ ਕਿ ਬੰਦਾ ਬੜਾ ਚੰਗਾ ਹੈ। ਇੱਕ ਹੁੰਦਾ ਹੈ ਬੰਦਾ ਅੰਦਰ ਤਾਂ ਚੰਗਿਆਈ ਕੋਈ ਨਹੀਂ ਹੈ, ਪਰ ਬਾਹਰੋਂ ਵਿਖਾਵਾ ਕਰਦਾ ਹੈ ਕਿ ਵੇਖ ਕੇ ਲੋਕ ਕਹਿਣ ਬੜਾ ਚੰਗਾ ਹੈ। ਹੁਣ ਵੇਖੋ, ਜਿਹੜੀ ਬਾਹਰ ਦੀ ਵਿਖਾਵੇ ਦੇ ਨਾਲ ਬੰਦਾ ਵਡਿਆਈ ਹਾਸਲ ਕਰਦਾ ਹੈ ਨਾ, ਵਡਿਆਈ ਤੇ ਉਹ ਵੀ ਮਿਲ ਜਾਂਦੀ ਹੈ, ਪਰ ਉਹ ਹੁੰਦੀ ਬਸ ਓਨੀ ਕੀ ਦੇਰ ਹੈ ਜਿੰਨੀ ਦੇਰ ਉਹ ਵਿਖਾਵਾ ਚੱਲ ਰਿਹਾ ਹੈ। ਬਾਅਦ ਚ ਜਦੋਂ ਅਸਲੀਅਤ ਸੰਸਾਰ ਦੇ ਸਾਹਮਣੇ ਪ੍ਰਗਟ ਹੁੰਦੀ ਹੈ, ਫਿਰ ਪਤਾ ਲੱਗਦਾ ਗੱਲ ਕੁਝ ਹੋਰ ਸੀ, ਵੇਖਣ ਦੇ ਵਿੱਚ ਕੁਝ ਹੋਰ ਸੀ। ਇਹਨੂੰ ਬਾਬਾ ਫਰੀਦ ਸਾਹਿਬ ਕਹਿੰਦੇ, ਮੈਂ ਫਰੀਦਾ ਮੈਂ ਜਾਣਿਆ ਵਡਹੰਸ ਹੈ, ਤਾਂ ਮੈਂ ਕੀਆ ਸੰਗ, ਜੇ ਜਾਣਾ ਬਗ ਬੱਪੜਾ ਜਨਮ ਨਾ ਦੇ। ਕਹਿੰਦੇ ਸਮਝਿਆ ਬੰਦਾ ਬੜਾ ਚੰਗਾ ਹੈ, ਸੰਗ ਕਰ ਲਿਆ, ਮਿੱਤਰਤਾ ਬਣਾ ਲਈ, ਪਰ ਐਨ ਮੌਕੇ ਤੇ ਜਦੋਂ ਉਹਦੀ ਵਫਾਦਾਰੀ ਦੀ ਲੋੜ ਸੀ ਉਹਨੇ ਉਦੋਂ ਦਗਾ ਦਿੱਤਾ। ਫਿਰ ਪਤਾ ਲੱਗਿਆ ਇਹ ਕਿੱਦਾਂ ਦਾ ਹੈ। ਕਹਿੰਦੇ ਜੇ ਪਹਿਲਾਂ ਪਤਾ ਹੁੰਦਾ ਤੇ ਐਸੇ ਕਮਬਖਤ ਦਾ ਵਿਸਾਹ ਕਿਉਂ ਕਰਦੇ। ਸੋ ਇੱਕ ਹੈ ਬੰਦੇ ਦਾ ਬਾਹਰ ਦਾ ਜੀਵਨ ਦਾ ਵਿਖਾਵਾ ਕਰਨਾ ਕਿ ਮੈਂ ਬੜਾ ਚੰਗਾ ਹਾਂ, ਇੱਕ ਹੈ ਵਾਕਿਆ ਹੀ ਚੰਗਾ ਹੋਣਾ। ਤੇ ਗੁਰੂ ਸਾਨੂੰ ਕਹਿੰਦੇ ਸਿੱਖਾ ਤੇਰੇ ਜੀਵਨ ਦੇ ਵਿੱਚ ਵਿਖਾਵਾ ਨਾ ਹੋਵੇ, ਤੇਰਾ ਜੀਵਨ ਵਾਕਿਆ ਹੀ ਚੰਗਾ ਹੋਵੇ, ਲੋਕ ਤੇਰੇ ਜੀਵਨ ਨੂੰ ਸਲਾਉਣ। ਤੇ ਉਹਦਾ ਤਰੀਕਾ ਵੀ ਗੁਰੂ ਮਹਾਰਾਜ ਨੇ ਦੱਸਿਆ ਕਿ ਭਾਈ ਜੇ ਕੋ ਆਪਣੀ ਸ਼ੋਭਾ ਲੋਰੈ, ਜੇ ਕੋਈ ਆਪਣੀ ਸ਼ੋਭਾ ਵਡਿਆਈ ਚਾਹੁੰਦਾ ਹੈ, ਸਾਧ ਸੰਗ ਇਹ ਹਉਮੈ ਛੋਰੈ। ਉਹਦੇ ਲਈ ਤਰੀਕਾ ਇਹ ਹੈ ਬੰਦਾ ਸਾਧ ਸੰਗਤ 'ਚ ਜੁੜੇ, ਆਪਣੇ ਅੰਦਰੋਂ ਹਉਮੈ ਹੰਕਾਰ ਦਾ ਤਿਆਗ ਕਰੇ, ਕਿਉਂਕਿ ਸਾਡੀ ਬਦਨਾਮੀ ਕਰਵਾਉਣ ਦੇ ਵਿੱਚ ਸਭ ਤੋਂ ਵੱਡਾ ਹੱਥ ਹੀ ਈਗੋ ਦਾ, ਸਾਡੇ ਹੰਕਾਰ ਦਾ ਹੁੰਦਾ ਹੈ, ਹੰਕਾਰ ਦਾ ਹੁੰਦਾ ਹੈ। ਮਹਾਰਾਜ ਕਹਿੰਦੇ ਤੂੰ ਸਾਧ ਸੰਗਤ ਦੇ ਵਿੱਚ ਜੁੜ, ਆਪਣੇ ਅੰਦਰੋਂ ਹਉਮੈ ਦਾ, ਹੰਕਾਰ ਦਾ, ਮੈਂ ਮੇਰੀ ਦਾ ਤਿਆਗ ਕਰ ਦੇ, ਤੇਰੀ ਸ਼ੋਭਾ ਵਡਿਆਈ ਆਪਣੇ ਆਪ ਹੀ ਸਮਾਜ ਅੰਦਰ, ਸੰਸਾਰ ਅੰਦਰ ਫੈਲ ਜਾਏਗੀ। ਜੇ ਕੋ ਜਨਮ ਮਰਨ ਤੇ ਡਰੈ, ਅਗਲੀ ਗੱਲ ਗੁਰੂ ਸਾਹਿਬ ਕਹਿੰਦੇ ਜੇ ਕੋਈ ਬੰਦਾ ਜੰਮਣ ਮਰਨ ਦੇ ਗੇੜ ਤੋਂ ਡਰਦਾ ਹੈ, ਮੌਤ ਦਾ ਭੈ ਜੇ ਕਿਸੇ ਨੂੰ ਸਤਾਉਂਦਾ ਹੈ, ਤੇ ਉਹ ਜਨਮ ਮਰਨ ਦੇ ਡਰ ਤੋਂ ਜੇ ਬੰਦਾ ਮੁਕਤ ਹੋਣਾ ਚਾਹੁੰਦਾ ਹੈ, ਉਹਦਾ ਤਰੀਕਾ ਹੈ ਸਾਧ ਜਨਾ ਕੀ ਸ਼ਰਣੀ ਪਰੈ, ਭਲੇ ਪੁਰਖਾਂ ਦੀ, ਗੁਰਮੁਖਾਂ ਦੀ, ਗੁਰੂ ਦੀ ਸ਼ਰਨ ਦੇ ਵਿੱਚ ਜੁੜੇ, ਕਿਉਂਕਿ ਗੁਰੂ ਰਹਿਮਤ ਕਰਕੇ ਇਹ ਜਨਮ ਮਰਨ ਦਾ ਡਰ ਸਾਡੇ ਮਨ ਤੋਂ ਕੱਢ ਦੇਣ ਵਾਲੇ। ਧੰਨ ਬਾਬਾ ਬੁੱਢਾ ਸਾਹਿਬ, ਇਤਿਹਾਸ ਆਪਾਂ ਪੜ੍ਹਦੇ ਹਾਂ, 12 ਕੁ ਵਰ੍ਹਿਆਂ ਦੀ ਉਹਨਾਂ ਦੀ ਉਮਰ ਸੀ। ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੀ ਕੁੱਲ ਉਮਰ ਹੈ 125 ਵਰ੍ਹੇ, ਔਰ ਕਰੀਬਨ 113 ਵਰ੍ਹੇ ਉਹਨਾਂ ਨੇ ਗੁਰੂ ਘਰ ਦੀਆਂ ਸੇਵਾਵਾਂ ਕਰਦਿਆਂ ਹੋਇਆਂ ਬਤੀਤ ਕੀਤੇ ਨੇ। ਬੜੀਆਂ ਖੁਸ਼ੀਆਂ ਰਹਿਮਤਾਂ ਬਾਬਾ ਬੁੱਢਾ ਸਾਹਿਬ ਤੇ ਗੁਰੂ ਨਾਨਕ ਮਹਾਰਾਜ ਜੀ ਦੀਆਂ ਵਰਤੀਆਂ ਨੇ। ਇੱਥੋਂ ਤੱਕ ਗੁਰੂ ਨਾਨਕ ਮਹਾਰਾਜ ਨੇ ਬਾਬਾ ਬੁੱਢਾ ਸਾਹਿਬ ਤੇ ਬਖਸ਼ਿਸ਼ ਕਰਦਿਆਂ ਕਿਹਾ ਸੀ, ਬੁੱਢਿਆ ਤੈਥੋਂ ਦੂਰ ਕਦੇ ਨਾ ਹੋਸਾਂ, ਗੁਰੂ ਨਾਨਕ ਤੁਹਾਡੇ ਤੋਂ ਕਦੇ ਦੂਰ ਨਹੀਂ ਹੋਏਗਾ।
ਕਿਸੇ ਨੂੰ ਪਤਾ ਨਾ ਹੋਵੇ ਗੁਰੂ ਨਾਨਕ ਕਿੱਥੇ ਹੈ, ਪਰ ਤੁਹਾਨੂੰ ਜ਼ਰੂਰ ਪਤਾ ਹੋਵੇਗਾ ਕਿ ਗੁਰੂ ਨਾਨਕ ਕਿੱਥੇ ਹੈ। ਐਸੀ ਮਹਾਨ ਸ਼ਖਸੀਅਤ ਧੰਨ ਬਾਬਾ ਬੁੱਢਾ ਸਾਹਿਬ। ਇੱਕ ਦਿਨ ਗੁਰੂ ਅੰਗਦ ਦੇਵ ਮਹਾਰਾਜ ਜੀ ਜਦੋਂ ਸਿੱਖ ਸੰਗਤਾਂ ਨੂੰ ਉਪਦੇਸ਼ ਦੇ ਰਹੇ ਸਨ, ਬਾਬਾ ਬੁੱਢਾ ਜੀ ਕਹਿਣ ਲੱਗੇ, ਮਹਾਰਾਜ ਇਸ ਨਿਮਾਣੇ ਦੀ ਝੋਲੀ 'ਚ ਵੀ ਕੋਈ ਉਪਦੇਸ਼ ਪਾਓ। ਤੇ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਬਚਨ ਸਨ, ਤਿਨ ਕੋ ਕਿਆ ਉਪਦੇਸ਼ੀ ਹੈ ਜਿਨ ਗੁਰੂ ਨਾਨਕ ਦੇਵ। ਬਾਬਾ ਬੁੱਢਾ ਜੀ ਜਿਨ੍ਹਾਂ ਨੇ ਗੁਰੂ ਨਾਨਕ ਜੀ ਦੇ ਕੋਲੋਂ ਉਪਦੇਸ਼ ਲੈ ਕੇ, ਅਸੀਸਾਂ ਲੈ ਕੇ ਆਪਣੀਆਂ ਝੋਲੀਆਂ ਭਰਾਈਆਂ ਹੋਣ, ਉਹਨਾਂ ਨੂੰ ਅਸੀਂ ਕੀ ਉਪਦੇਸ਼ ਦੇ ਸਕਦੇ। ਬੜਾ ਮਾਣ ਬਾਬਾ ਬੁੱਢਾ ਸਾਹਿਬ ਨੂੰ ਗੁਰੂ ਘਰ ਤੋਂ ਮਿਲਿਆ। ਸੇਵਾ ਘਾਲਣਾ ਵੀ ਉਹਨਾਂ ਨੇ ਐਨ ਅਣਥੱਕ ਹੋ ਕੇ ਕਮਾਈ ਹੈ। ਕੋਈ ਇਤਿਹਾਸ 113 ਵਰ੍ਹਿਆਂ ਦਾ ਇਤਿਹਾਸ ਗੁਰੂ ਘਰ ਦੇ ਨਾਲ ਜੁੜਿਆ ਹੈ ਬਾਬਾ ਬੁੱਢਾ ਸਾਹਿਬ ਦਾ। ਇੱਕ ਦਿਨ ਵੀ ਐਸਾ ਨਹੀਂ ਹੈ ਜਦੋਂ ਕਿਧਰੇ ਬਾਬਾ ਬੁੱਢਾ ਸਾਹਿਬ ਨੇ ਗੁਰੂ ਕੇ ਹੁਕਮਾਂ ਦੇ ਅੱਗੇ ਸਿਰ ਨਾ ਝੁਕਾਇਆ ਹੋਵੇ। ਗੁਰੂ ਅਰਜਨ ਸਾਹਿਬ ਦੀ ਜਦੋਂ ਸ਼ਹਾਦਤ ਹੁੰਦੀ ਹੈ, ਗੁਰੂ ਹਰਗੋਬਿੰਦ ਸਾਹਿਬ ਦੀ ਉਮਰ ਸੀ ਉਦੋਂ 11 ਵਰ੍ਹਿਆਂ ਦੀ, ਤੇ ਬਾਬਾ ਬੁੱਢਾ ਸਾਹਿਬ ਦੀ ਉਮਰ 100 ਵਰ੍ਹਿਆਂ ਤੋਂ ਉੱਪਰ ਸੀ। ਮਹਾਰਾਜ ਨੇ ਕਿਹਾ ਅੱਜ ਤੋਂ ਬਾਅਦ ਗੁਰੂ ਇਹ ਹਨ, ਤੇ ਬਾਬਾ ਬੁੱਢਾ ਸਾਹਿਬ ਨੇ ਇਹ ਨਹੀਂ ਕਿਹਾ ਮੈਂ 100 ਵਰ੍ਹੇ ਹੋ ਗਏ ਗੁਰੂ ਘਰ ਦੀ ਸੇਵਾ ਨਿਭਾਉਂਦਿਆਂ 11 ਵਰ੍ਹਿਆਂ ਦੇ ਬਾਲਕ ਦੇ ਅੱਗੇ ਸਿਰ ਕਿਉਂ ਝੁਕਾਵਾਂ। ਆਪਾਂ ਕਈ ਵਾਰ ਉਮਰਾਂ ਦੇ ਚੱਕਰ 'ਚ ਪੈ ਜਾਂਦੇ ਆ ਨਾ, ਇਹ ਛੋਟਾ ਜਿਹਾ ਗਿਆਨੀ ਸਾਨੂੰ ਕੀ ਸਿੱਖਿਆ ਦੇਵੇਗਾ, ਅਸੀਂ ਇੰਨੀਆਂ ਉਮਰਾਂ ਵਾਲੇ ਤੇ ਇੰਨਾ ਤਜਰਬਾ। ਗੁਰੂ ਘਰ 'ਚ ਵੇਖੋ, ਇਹ ਉਮਰਾਂ ਦਾ ਹੰਕਾਰ ਕੋਈ ਨਹੀਂ ਚੱਲਦਾ ਹੈ। ਵੈਸੇ ਤੇ ਕੋਈ ਵੀ ਹੰਕਾਰ ਗੁਰੂ ਘਰ 'ਚ ਨਹੀਂ ਚੱਲਦਾ। ਧੰਨ ਬਾਬਾ ਬੁੱਢਾ ਸਾਹਿਬ 100 ਸਾਲ ਤੋਂ ਉੱਪਰ 11 ਵਰ੍ਹਿਆਂ ਦੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ 'ਚ ਸਿਰ ਝੁਕਾ ਦਿੱਤਾ ਸੀ। ਤੇ ਜਿੰਨੀ ਦੇਰ ਗੁਰੂ ਹਰਗੋਬਿੰਦ ਸਾਹਿਬ ਗੁਰਗੱਦੀ ਤੇ ਰਹੇ, ਬਾਬਾ ਬੁੱਢਾ ਸਾਹਿਬ ਨੇ ਇੱਕ ਦਿਨ ਵੀ ਉਹਨਾਂ ਦੀ ਸ਼ਖਸੀਅਤ ਤੇ ਤਰਕ ਨਹੀਂ ਕੀਤਾ। ਇਹ ਹੈ ਗੁਰੂ ਘਰ ਦੀ ਸਿੱਖੀ, ਅੱਤ ਦੀ ਨਿਮਰਤਾ। ਇਸੇ ਨੂੰ ਭਾਈ ਗੁਰਦਾਸ ਸਾਹਿਬ ਕਹਿੰਦੇ, ਗੁਰਸਿੱਖੀ ਦੀ ਇਹੋ ਨਿਸ਼ਾਨੀ ਨਿਮਰਤਾ ਹੀ ਗੁਰਸਿੱਖੀ ਦੀ ਨਿਸ਼ਾਨੀ ਜੇ। ਜਿੱਥੇ ਜੀਵਨ 'ਚ ਨਿਮਰਤਾ ਨਾ ਹੋਵੇ ਉੱਥੇ ਸਿੱਖੀ ਕਮਾਉਣੀ ਵੀ ਔਖੀ ਹੈ। ਇਸੇ ਕਰਕੇ ਤੇ ਗੁਰੂ ਨੇ ਕਿਹਾ ਸੀ, ਜੋ ਤੋ ਪ੍ਰੇਮ ਖੇਲਨ ਕਾ ਚਾਓ ਸਿਰ ਧਰ ਤਲੀ ਗਲੀ ਮੇਰੀ ਆਓ। ਇਹਦਾ ਭਾਵ ਵੀ ਇਹ ਹੈ ਕਿ ਹੰਕਾਰ ਛੱਡ ਕੇ ਨਿਮਰਤਾ ਧਾਰਨ ਕਰਕੇ ਆਏ। ਸਿੱਖੀ ਦਾ ਮਾਰਗ ਨਿਮਰਤਾ ਦਾ ਮਾਰਗ ਹੈ। ਖੈਰ, ਉਹ ਬਾਬਾ ਬੁੱਢਾ ਸਾਹਿਬ ਜਿਨ੍ਹਾਂ ਦੀ ਕਮਾਈ ਬਾ ਕਮਾਲ ਹੈ। ਪਹਿਲੀ ਵਾਰ ਜਦੋਂ ਗੁਰੂ ਨਾਨਕ ਮਹਾਰਾਜ ਜੀ ਦੇ ਨਾਲ ਮੁਲਾਕਾਤ ਹੋਈ ਨਾ, ਉਹਨਾਂ ਨੇ ਕਿਹਾ ਸੀ, ਮਹਾਰਾਜ ਮੌਤ ਤੋਂ ਬੜਾ ਡਰ ਲੱਗਦਾ ਹੈ, ਮਰਨ ਤੋਂ ਬੜਾ ਡਰ ਲੱਗਦਾ। ਤੇ ਮਹਾਰਾਜ ਨੇ ਕਿਹਾ, ਨਾ ਸੀ ਬੂੜਾ ਕਿ ਬੇਟਾ ਉਮਰ ਤਾਂ ਤੇਰੀ ਅਜੇ 12 ਵਰ੍ਹਿਆਂ ਦੀ ਛੋਟੀ ਜਿਹੀ ਉਮਰ, ਹੁਣੇ ਹੀ ਤੈਨੂੰ ਮੌਤ ਦੀ ਚਿੰਤਾ ਫਿਕਰ ਕਿੱਥੋਂ ਸਤਾਣ ਲੱਗ ਗਈ। ਉਹਨਾਂ ਇੱਕ ਦੋ ਗੱਲਾਂ ਐਸੀਆਂ ਕਹੀਆਂ ਕਿ ਮੇਰੀ ਮਾਂ ਜਦੋਂ ਭੋਜਨ ਪਕਾਉਂਦੀ ਆ, ਵੱਡੀਆਂ ਲੱਕੜਾਂ ਬਾਅਦ 'ਚ ਛੋਟੀਆਂ ਛੋਟੀਆਂ ਲੱਕੜਾਂ ਨੂੰ ਪਹਿਲਾਂ ਉਹ ਅੱਗ ਲਗਾਉਂਦੀ ਹੈ, ਇਹਨਾਂ ਨੂੰ ਅੱਗ ਜਲਦੀ ਪਕੜ ਲੈਂਦੀ ਹੈ। ਮੈਂ ਸਮਝਦਾ ਜੇ ਛੋਟੀਆਂ ਦੀ ਵਾਰੀ ਪਹਿਲਾਂ ਆ ਗਈ, ਇੱਥੇ ਛੋਟਿਆਂ ਦੀ ਵਾਰੀ ਵੀ ਪਹਿਲਾਂ ਆ ਸਕਦੀ। ਹਾਲਾਂਕਿ ਤੇ ਵਾਹਿਗੁਰੂ ਦਾ ਹੁਕਮ ਹੈ, ਕੋਈ ਪਤਾ ਨਹੀਂ ਹੈ ਕਿਹਦੀ ਵਾਰੀ ਕਦੋਂ ਆ ਜਾਣੀ ਹੈ। ਤੇ ਜਦੋਂ ਇਦਾਂ ਦੀਆਂ 2-3 ਗੱਲਾਂ ਬਾਬਾ ਬੁੱਢਾ ਸਾਹਿਬ ਨੇ ਉਹ ਗੁਰੂ ਨਾਨਕ ਮਹਾਰਾਜ ਨੂੰ ਕਹੀਆਂ, ਉੱਥੇ ਮਹਾਰਾਜ ਨੇ ਕਿਹਾ ਸੀ ਕਿ ਹੈ ਤੇ ਤੂੰ ਬੱਚਾ ਹੈ, ਗੱਲਾਂ ਤੂੰ ਬੁੱਢਿਆਂ ਵਾਲੀਆਂ ਕਰਦਾ। ਆਪਣੀ ਗਲਵੱਕੜੀ 'ਚ ਲੈ ਕੇ ਗੁਰੂ ਮਹਾਰਾਜ ਨੇ ਕਿਹਾ, ਕਾਲ ਤੇਰੇ ਨੇੜੇ ਨਹੀਂ ਆ ਸਕਦਾ, ਤੈਨੂੰ ਚਿੰਤਾ ਕਰਨ ਦੀ ਲੋੜ ਨਹੀਂ ਹੈ, ਤੂੰ ਤੇ ਜੇ ਬੜਾ ਲੰਬਾ ਸਮਾਂ ਜੀਣਾ ਹੈ। ਮਨ 'ਚੋਂ ਮੌਤ ਦਾ ਭੈ ਹੀ ਮੁਕਾ ਦਿੱਤਾ, ਜਨਮ ਮਰਨ ਦੇ ਗੇੜ ਤੋਂ ਹੀ ਗੁਰੂ ਨੇ ਮੁਕਤ ਕਰ ਦਿੱਤਾ। ਇਹੀ ਗੱਲ ਗੁਰੂ ਅਰਜਨ ਸਾਹਿਬ ਇੱਥੇ ਕਹਿ ਰਹੇ ਹਨ ਕਿ ਜੇ ਕੋ ਜਨਮ ਮਰਨ ਤੇ ਡਰੈ, ਜੇ ਕਿਸੇ ਦੇ ਮਨ 'ਚ ਕੋਈ ਮੌਤ ਦਾ ਭੈ, ਜਨਮ ਮਰਨ ਦਾ ਕੋਈ ਸੰਸਾ ਸ਼ੰਕਾ ਹੈ, ਸਾਧ ਜਨਾਂ ਕੀ ਸ਼ਰਣੀ ਪਰੈ, ਉਹ ਗੁਰੂ ਦੀ ਸ਼ਰਨ ਦੇ ਵਿੱਚ ਜੁੜੋ। ਗੁਰੂ ਸਾਰੇ ਹੀ ਭੈ ਜੀਵਨ 'ਚੋਂ ਮੁਕਾ ਦਿੰਦੇ ਹਨ। ਜਿਸ ਜਨ ਕੋ ਪ੍ਰਭ ਦਰਸ ਪਿਆਸਾ, ਮਹਾਰਾਜ ਕਹਿੰਦੇ ਜਿਹੜੇ ਸੇਵਕ ਦੇ ਮਨ ਅੰਦਰ ਅਕਾਲ ਪੁਰਖ ਵਾਹਿਗੁਰੂ ਜੀ ਦੇ ਦਰਸ਼ਨਾਂ ਦੀ ਪਿਆਸ ਹੈ। ਇੱਕ ਪੰਕਤੀ ਆਪਾਂ ਸੁਖਮਨੀ ਸਾਹਿਬ ਦੇ ਆਰੰਭ ਦੇ ਵਿੱਚ ਪੜ੍ਹੀ ਸੀ, ਜਿੱਥੇ ਮਹਾਰਾਜ ਕਹਿੰਦੇ ਸਨ, ਕਾਂਖੀ ਏਕੈ ਦਰਸ ਤੁਹਾਰੋ ਨਾਨਕ ਉਨ ਸੰਗ ਮੋਹਿ ਉਧਾਰੋ। ਹੇ ਮੇਰੇ ਵਾਹਿਗੁਰੂ ਜੀ, ਕਾਂਖੀ ਏਕੈ ਦਰਸ ਤੁਹਾਰੋ, ਜਿਹੜੇ ਕੇਵਲ ਇੱਕ ਤੁਹਾਡੇ ਦਰਸ਼ਨਾਂ ਦੇ ਪਿਆਸੇ ਹੀ ਹਨ ਨਾ, ਜਿਹੜੇ ਕਹਿੰਦੇ ਸਾਨੂੰ ਕੁਝ ਨਹੀਂ ਚਾਹੀਦਾ, ਬਸ ਮਾਲਕ ਦੇ ਦਰਸ਼ਨ ਚਾਹੀਦੇ ਨੇ, ਉਹਨਾਂ ਦੀ ਸੰਗਤ ਬਖਸ਼ ਕੇ ਉਹਨਾਂ ਦੇ ਨਾਲ ਸਾਡਾ ਵੀ ਉਧਾਰ ਕਰੋ। ਇੱਥੇ ਵੀ ਮਹਾਰਾਜ ਕਹਿੰਦੇ, ਜਿਸ ਜਨ ਕੋ ਪ੍ਰਭ ਦਰਸ ਪਿਆਸ। ਭਾਈ ਮਤੀ ਦਾਸ, ਦਿੱਲੀ ਦਾ ਚਾਂਦਨੀ ਚੌਂਕ,
ਬਿਲਕੁਲ ਅਖੀਰਲਾ ਸਮਾਂ। ਉਹਨਾਂ ਨੂੰ ਪੁੱਛਿਆ ਗਿਆ, ਦੱਸ ਤੇਰੀ ਆਖਰੀ ਇੱਛਾ ਕੀ ਹੈ? ਅਜੇ ਵੀ ਤੇਰੇ ਕੋਲ ਆਪਸ਼ਨ ਮੌਜੂਦ ਹੈ, ਜੇ ਤੂੰ ਕਵੇਂ ਤੇ ਤੇਰੀ ਜ਼ਿੰਦਗੀ ਬਖਸ਼ੀ ਜਾ ਸਕਦੀ ਹੈ, ਬਸ ਗੁਰੂ ਤੋਂ ਸਾਥ ਤੋੜਨਾ ਪਏਗਾ, ਨਹੀਂ ਤੇ ਆਰੇ ਦੇ ਨਾਲ 2 ਹਿੱਸੇ ਕਰ ਦੇਵਾਂਗੇ ਤੇਰੇ। ਪੁੱਛਿਆ, ਦੱਸ ਤੇਰੀ ਇੱਛਾ ਕੀ ਹੈ? ਤੇ ਭਾਈ ਮਤੀ ਦਾਸ ਕਹਿਣ ਲੱਗੇ, ਮੇਰੀ ਅਖੀਰਲੀ ਇੱਛਾ ਇਹ ਹੈ, ਮੈਂ ਵੇਖੋ ਜਦੋਂ ਦਾ ਗੁਰੂ ਨਾਨਕ ਦੇ ਘਰ ਤੇ ਝੁਕਿਆ ਹਾਂ, ਗੁਰੂ ਘਰ ਵਿਖੇ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਰਨ 'ਚ ਜਦੋਂ ਦਾ ਆਇਆ ਹਾਂ, ਉਦੋਂ ਤੋਂ ਲੈ ਕੇ ਅੱਜ ਤੱਕ ਸਾਰਾ ਜੀਵਨ ਮੈਂ ਗੁਰੂ ਸਾਹਿਬ, ਧੰਨ ਗੁਰੂ ਤੇਗ ਬਹਾਦਰ ਸਾਹਿਬ ਦੇ ਦਰਸ਼ਨ ਕਰਦਿਆਂ ਬਤੀਤ ਕੀਤਾ ਹੈ। ਤੇ ਹੁਣ ਤੁਸੀਂ ਚਲਾਣਾ ਮੇਰੇ ਸਿਰ ਤੇ ਆਰਾ ਤੇ ਸ਼ਹਾਦਤ ਹੋ ਜਾਣੀ। ਜੀਵਨ ਮੇਰੇ ਦਾ ਅਖੀਰਲਾ ਸਮਾਂ, ਮੈਂ ਚਾਹੁੰਦਾ ਸਾਰੀ ਜ਼ਿੰਦਗੀ ਜਿਹੜੇ ਗੁਰੂ ਦੇ ਦੀਦਾਰ ਕਰਦਿਆਂ ਮੈਂ ਜੀਵਨ ਨੂੰ ਸਫਲਾ ਬਣਾਇਆ, ਮੇਰਾ ਅਖੀਰਲਾ ਸਾਹ ਵੀ ਉਸ ਗੁਰੂ ਦੇ ਦਰਸ਼ਨ ਕਰਦਿਆਂ ਨਿਕਲੇ। ਬਸ ਇਹੀ ਚਾਹੁੰਦਾ ਹਾਂ। ਆਰਾ ਤੁਸੀਂ ਜਿਵੇਂ ਮਰਜ਼ੀ ਚਲਾਵੋ, ਮੇਰਾ ਮੂੰਹ ਮੇਰੇ ਗੁਰੂ ਵਾਲੇ ਪਾਸੇ ਕਰ ਦੇਵੋ, ਮੈਂ ਆਪਣੇ ਗੁਰੂ ਦੇ ਦੀਦਾਰ ਕਰਦਿਆਂ ਹੋਇਆ ਸ਼ਹਾਦਤ ਦਾ ਜਾਮ ਪੀਣ। ਇਹ ਹੈ ਜਿਸ ਜਨ ਕੋ ਪ੍ਰਭ ਦਰਸ ਪਿਆਸਾ, ਹੋਰ ਕੋਈ ਇੱਛਾ ਹੀ ਨਹੀਂ ਹੈ, ਬਸ ਇੱਕੋ ਹੀ ਇੱਛਾ ਕਿ ਬਸ ਮੇਰੇ ਮਾਲਕ ਦੇ ਦੀਦਾਰ ਹੁੰਦੇ ਰਹਿਣ, ਇਦੋਂ ਵੱਧ ਹੋਰ ਕੁਝ ਨਹੀਂ ਚਾਹੀਦਾ ਹੈ। ਮਹਾਰਾਜ ਕਹਿੰਦੇ, ਜਿਸ ਜਨ ਕੋ ਪ੍ਰਭ ਦਰਸ ਪਿਆਸਾ, ਨਾਨਕ ਤਾਂ ਕੈ ਬਲ ਬਲ ਜਾਸਾ। ਉਸ ਗੁਰਮੁਖ ਤੋਂ ਅਸੀਂ ਬਲਿਹਾਰ ਕੁਰਬਾਨ ਜਾਂਦੇ, ਜਿਹਨੇ ਸਾਰੀਆਂ ਇੱਛਾਵਾਂ ਛੱਡ ਕੇ ਕੇਵਲ ਮਾਲਕ ਦੇ ਦਰਸ਼ਨਾਂ ਦੀ ਇੱਕ ਇੱਛਾ ਮਨ 'ਚ ਰੱਖੀ ਹੈ। ਅੱਗੇ ਮਹਾਰਾਜ ਕਹਿੰਦੇ, ਸਗਲ ਪੁਰਖ ਮੈਂ ਪੁਰਖ ਪ੍ਰਧਾਨ। ਪ੍ਰਧਾਨ ਕੌਣ ਹੈ? ਪ੍ਰਧਾਨ ਦਾ ਭਾਵ ਹੈ ਮੁਖੀ, ਸਭ ਤੋਂ ਸ਼੍ਰੋਮਣੀ ਸਿਰਮੌਰ ਪੁਰਖ ਕਿਹੜਾ ਹੈ? ਸਗਲ ਪੁਰਖ ਮੈਂ ਪੁਰਖ ਪ੍ਰਧਾਨ, ਸਾਧ ਸੰਗ ਜਾਂ ਕਾ ਮਿਟੈ ਅਭਿਮਾਨ। ਹੁਣ ਇਹ ਵੇਖੋ ਇੱਕ ਕੰਡੀਸ਼ਨ ਜੀ, ਜਿਨੇ ਸਾਧ ਸੰਗਤ ਦੇ ਵਿੱਚ ਜੁੜ ਕੇ ਆਪਣੇ ਅੰਦਰ ਦੇ ਹੰਕਾਰ ਨੂੰ ਛੱਡ ਦਿੱਤਾ, ਉਹ ਹੈ ਗੁਰੂ ਦੀ ਨਜ਼ਰ ਦੇ ਵਿੱਚ ਪ੍ਰਧਾਨ, ਸਭ ਤੋਂ ਸਿਰਮੌਰ, ਸਭ ਤੋਂ ਮੁਖੀ। ਤੇ ਜੇ ਹੰਕਾਰ ਨਹੀਂ ਛੱਡਿਆ ਤੇ ਬਾਹਰੋਂ ਆਪਾਂ ਜਿੰਨਾ ਮਰਜ਼ੀ ਕਹੀਏ ਜਾਈਏ, ਅਸੀਂ ਮੁਖੀ ਆ, ਅਸੀਂ ਪ੍ਰਧਾਨ ਆ, ਅਸੀਂ ਸ਼੍ਰੋਮਣੀ ਆ, ਸਿਰਮੌਰ ਹਾਂ, ਠੀਕ ਹੈ, ਲੋਕਾਂ ਸਾਹਮਣੇ ਅਸੀਂ ਜੋ ਮਰਜ਼ੀ ਦਾਅਵੇ ਕਰ ਲਈਏ, ਪਰ ਗੁਰੂ ਦੀ ਨਜ਼ਰ ਦੇ ਵਿੱਚ ਪ੍ਰਧਾਨ ਨਹੀਂ। ਮਹਾਰਾਜ ਕਹਿੰਦੇ, ਸਾਧ ਸੰਗ ਜਾਂ ਕਾ ਮਿਟੈ ਅਭਿਮਾਨ। ਜਿਹਦਾ ਸਾਧ ਸੰਗਤ ਦੇ ਵਿੱਚ ਜੁੜ ਕੇ ਜਿਹਦੇ ਜੀਵਨ ਚੋਂ ਹੰਕਾਰ ਅਭਿਮਾਨ ਮੁੱਕ ਗਿਆ, ਉਹ ਸਾਰੇ ਪੁਰਖਾਂ ਚੋਂ ਸ਼੍ਰੋਮਣੀ ਸਿਰਮੌਰ ਪੁਰਖ ਪ੍ਰਧਾਨ ਪੁਰਖ ਹੈ। ਆਪਸ ਕੋ ਜੋ ਜਾਣੈ ਨੀਚਾ। ਜਿਸ ਮਨੁੱਖ ਦੇ ਜੀਵਨ ਅੰਦਰ ਇੰਨੀ ਨਿਮਰਤਾ, ਇੰਨੀ ਗਰੀਬੀ, ਇੰਨੀ ਹਲੀਮੀ ਆ ਗਈ ਕਿ ਚੰਗਿਆਈਆਂ ਦੇ ਨਾਲ ਜੀਵਨ ਭਰਿਆ ਪਿਆ ਹੈ, ਪਰ ਹੰਕਾਰ ਕਰਕੇ ਉਹ ਦਾਅਵਾ ਨਹੀਂ ਕਰਦਾ ਕਿ ਮੈਂ ਬੜਾ ਚੰਗਾ, ਮੈਂ ਬੜਾ ਨੇਕ, ਮੈਂ ਬੜਾ ਵਿਦਵਾਨ, ਮੈਂ ਬੜਾ ਸਿਆਣਾ ਹਾਂ। ਨਹੀਂ, ਆਪਸ ਕੋ ਜੋ ਜਾਣੈ ਨੀਚਾ। ਜਿਹੜਾ ਪੁਰਖ ਆਪਣੇ ਆਪ ਨੂੰ ਸਾਰਿਆਂ ਤੋਂ ਨੀਵਾਂ ਹੀ ਸਮਝਦਾ ਹੈ, ਸੋ ਗਣੀਆਂ ਸਭ ਤੇ ਉੱਚਾ। ਮਹਾਰਾਜ ਕਹਿੰਦੇ, ਉਹਨੂੰ ਗਿਣੋ, ਉਹ ਸਾਰਿਆਂ ਤੋਂ ਉੱਤਮ ਹੈ, ਉੱਚਾ ਹੈ, ਜਿਹਨੇ ਆਪਣੇ ਅੰਦਰ ਨਿਮਰਤਾ, ਨਿਵਾਣਤਾ ਨੂੰ ਧਾਰਨ ਕਰ ਲਿਆ ਹੈ। ਭਾਈ ਨੰਦ ਲਾਲ ਸਿੱਖ ਪੰਥ ਦੇ ਸਿਰਮੌਰ ਸ਼੍ਰੋਮਣੀ ਵਿਦਵਾਨ, 2 ਵਿਦਵਾਨ ਗੁਰੂ ਸਾਹਿਬਾਨਾਂ ਦੇ ਸਮੇਂ 'ਚ ਸਾਡੇ ਪੰਥ ਦੇ ਸਿਰਮੌਰ ਹੋਏ ਨੇ, ਭਾਈ ਗੁਰਦਾਸ ਸਾਹਿਬ, ਭਾਈ ਨੰਦ ਲਾਲ। ਤੇ ਭਾਈ ਨੰਦ ਲਾਲ ਜਦੋਂ ਪਹਿਲੀ ਵਾਰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਬਾਰ 'ਚ ਆਏ ਸਨ, ਸਮਾਂ ਐਸਾ ਸੀ ਔਰੰਗਜ਼ੇਬ ਚਾਹੁੰਦਾ ਸੀ ਇਹਨਾਂ ਨੂੰ ਮੁਸਲਮਾਨ ਬਣਾ ਦੇਵਾਂ ਜਾਂ ਮਾਰ ਦੇਵਾਂ, ਇਹਨਾਂ ਵਿਦਵਾਨ ਪੁਰਖ ਕਿਸੇ ਹੋਰ ਧਰਮ 'ਚ ਨਹੀਂ ਹੋਣਾ ਚਾਹੀਦਾ। ਤੇ ਭਾਈ ਨੰਦ ਲਾਲ ਦਿੱਲੀ ਤੋਂ ਆਨੰਦਪੁਰ ਆ ਗਏ ਕਿ ਇਹੀ ਸੇਫ ਜਗ੍ਹਾ ਹੈ, ਆਨੰਦਪੁਰ ਤੋਂ ਬਿਨਾਂ ਕੋਈ ਦੂਜਾ ਮੈਨੂੰ ਬਚਾ ਨਹੀਂ ਸਕਦਾ। ਮਨ 'ਚ ਇੱਕ ਹੰਕਾਰ ਸੀ ਕਿ ਮੈਂ ਬੜਾ ਵਿਦਵਾਨ ਹਾਂ ਤੇ ਮੈਂ ਬਾਦਸ਼ਾਹ ਦੇ ਬੱਚਿਆਂ ਨੂੰ ਪੜ੍ਹਾਉਣ ਵਾਲਾ ਉੱਚ ਕੋਟੀ ਦਾ ਅਰਬੀ ਫਾਰਸੀ ਦਾ ਵਿਦਵਾਨ। ਜਦੋਂ ਮਹਾਰਾਜ ਦੇ ਦਰਬਾਰ 'ਚ ਆਏ ਤੇ ਭਾਈ ਨੰਦ ਲਾਲ ਜਦੋਂ ਆਪਣੇ ਬਾਰੇ ਦੱਸਣ ਲੱਗੇ, ਜੀ ਮੈਂ ਨੰਦ ਲਾਲ ਹਾਂ, ਮੈਂ ਅਰਬੀ ਫਾਰਸੀ ਭਾਸ਼ਾ ਦਾ ਉੱਚ ਕੋਟੀ ਦਾ ਵਿਦਵਾਨ ਹਾਂ, ਬਾਦਸ਼ਾਹ ਦੇ ਬੱਚਿਆਂ ਨੂੰ ਪੜ੍ਹਾਉਂਦਾ ਹਾਂ। ਤੇ ਧੰਨ ਗੁਰੂ ਕਲਗੀਧਰ ਮਹਾਰਾਜ ਨੇ ਇੱਕੋ ਗੱਲ ਕਹੀ, ਭਾਈ ਨੰਦ ਲਾਲ ਜੀ, ਭਾਂਡਾ ਸੋਹਣਾ ਬੜਾ ਹੈ, ਪਰ ਅੰਦਰੋਂ ਗੰਦਗੀ ਦੇ ਨਾਲ, ਮੈਲ ਦੇ ਨਾਲ ਭਰਿਆ ਹੈ। ਮਹਾਰਾਜ ਕਹਿਣ ਲੱਗੇ, ਅਸੀਂ ਕੋਈ ਕਿੰਤੂ ਪਰੰਤੂ ਸ਼ੰਕਾ ਨਹੀਂ ਕਰਦੇ ਤੁਹਾਡੀ ਵਿਦਵਤਾ ਤੇ, ਅਸੀਂ ਮੰਨਦੇ ਹਾਂ ਤੁਸੀਂ ਬੜੇ ਵਿਦਵਾਨ ਹੋ, ਪਰ ਅੰਦਰ ਹੰਕਾਰ ਹੈ।
ਤੇ ਭਾਂਡਾ ਬਾਹਰੋਂ ਬੜਾ ਚਮਕਦਾ ਹੋਵੇ, ਜੇ ਅੰਦਰੋਂ ਗੰਦਾ ਹੋਵੇ ਨਾ, ਕਿਸੇ ਕੰਮ ਨਹੀਂ ਹੁੰਦਾ ਹੈ, ਜੇ ਅੰਦਰ ਹੀ ਗੰਦਗੀ ਭਰੀ ਪਈ ਹੈ। ਤੇ ਭਾਈ ਨੰਦ ਲਾਲ ਵੀ ਸਮਝ ਗਏ, ਵਿਦਵਾਨ ਸਨ, ਗੁਰੂ ਕੇ ਬੋਲਾਂ ਦੀ ਰਮਜ ਨੂੰ ਸਮਝ ਗਏ ਤੇ ਹੱਥ ਜੋੜ ਕੇ ਕਹਿਣ ਲੱਗੇ, ਮਹਾਰਾਜ ਵੇਖੋ ਗੱਲ ਏਦਾਂ ਕਿ ਅੱਜ ਤੱਕ ਲੋਕ ਇਸ ਭਾਂਡੇ ਨੂੰ ਬਾਹਰੋਂ ਹੀ ਵੇਂਦੇ ਰਹੇ ਹਨ ਤੇ ਸਲਾਉਂਦੇ ਰਹੇ ਹਨ, ਸਿਫਤਾਂ ਕਰਦੇ ਰਹੇ ਹਨ। ਸ਼ਾਇਦ ਉਹ ਲੋਕਾਂ ਦੇ ਬੋਲਾਂ ਕਰਕੇ ਅੰਦਰ ਹੰਕਾਰ ਦੀ ਗੰਦਗੀ ਭਰ ਗਈ ਹੈ। ਕਿਸੇ ਨੇ ਅੱਜ ਤੱਕ ਭਾਂਡੇ ਦੇ ਅੰਦਰ ਵੇਖਿਆ ਹੀ ਕੁਝ ਨਹੀਂ ਸੀ ਕਿ ਅੰਦਰ ਹੈ ਕੀ ਹੈ। ਮਹਾਰਾਜ ਤੁਸੀਂ ਵੇਖਿਆ ਹੈ ਕਿ ਇਸ ਨੰਦ ਲਾਲ ਰੂਪੀ ਭਾਂਡੇ ਦੇ ਅੰਦਰ ਹੰਕਾਰ ਦੀ ਗੰਦਗੀ ਭਰੀ ਹੈ। ਹੁਣ ਤੁਸੀਂ ਕਿਰਪਾ ਕਰਕੇ ਅੰਦਰ ਨੂੰ ਸ਼ੁੱਧਤਾ, ਨਿਰਮਲਤਾ, ਸਫਾਈ ਦੀ ਦਾਤ ਬਖਸ਼ੋ। ਤੇ ਮਹਾਰਾਜ ਨੇ ਕਿਹਾ ਸੀ, ਸੇਵਾ ਕਰਿਆ ਕਰ, ਆਪਣੇ ਆਪ ਮਨ ਹਿਰਦੇ ਰੂਪੀ ਭਾਂਡਾ ਨੰਦ ਲਾਲ ਸਾਫ਼ ਹੋ ਜਾਏਗਾ। ਉਹ ਗੁਰੂ ਘਰ ਦੀ ਸੇਵਾ 'ਚ ਵੀ ਲੱਗ ਗਏ, ਵਿਦਵਾਨ ਵੀ ਸਨ, ਸੇਵਾ ਵੀ ਕਰਦੇ ਸਨ। ਤੇ ਸੇਵਾ ਕਰਦਿਆਂ ਕਰਦਿਆਂ ਫਿਰ ਭਾਈ ਨੰਦ ਲਾਲ ਦਾ ਜੀਵਨ ਉਸ ਸਿਖਰ ਤੇ ਪਹੁੰਚ ਗਿਆ ਜਿਹਦੇ ਮਨ 'ਚ ਕਦੇ ਇਹ ਹੰਕਾਰ ਸੀ ਨਾ, ਮੇਰੇ ਵਰਗਾ ਵਿਦਵਾਨ ਕੋਈ ਨਹੀਂ ਹੈ। ਫਿਰ ਇੰਨੀ ਨਿਮਰਤਾ ਜੀਵਨ 'ਚ ਆਈ ਕਿ ਕਹਿ ਦਿੱਤਾ, ਮੈਂ ਗੁਰੂ ਘਰ ਦੇ ਕੂਕਰਾਂ ਦਾ ਵੀ ਕੂਕਰ ਹਾਂ, ਕੁੱਤਿਆਂ ਦਾ ਵੀ ਕੁੱਤਾ ਹਾਂ। ਇੰਨੀ ਨਿਮਰਤਾ। ਸੋ ਮਹਾਰਾਜ ਕਹਿੰਦੇ, ਉਦੋਂ ਫਿਰ ਗੁਰੂ ਮਹਾਰਾਜ ਨੇ ਗਲੇ ਦੇ ਨਾਲ ਲਗਾ ਕੇ ਕਿਹਾ ਸੀ, ਹਾਂ ਨੰਦ ਲਾਲ ਵਾਕਿਆ ਹੀ ਤੂੰ ਉੱਚਾ ਬਣ ਗਿਆ ਹੈ, ਅੱਜ ਤੂੰ ਅੰਦਰੋਂ ਵੀ ਉੱਚਾ ਬਣ ਗਿਆ ਹੈ, ਕਿਉਂਕਿ ਹੁਣ ਤੇਰੇ ਅੰਦਰ ਨਿਮਰਤਾ ਬਣ ਗਈ। ਧੰਨ ਬਾਬਾ ਫਰੀਦ ਸਾਹਿਬ ਕਹਿੰਦੇ, ਕਬੀਰ ਸਾਹਿਬ ਕਹਿੰਦੇ, ਕਬੀਰ ਸਭ ਤੇ ਹਮ ਬੁਰੇ, ਹਮ ਤਜ ਭਲੋ ਸਭ ਕੋਏ, ਜਿਨ ਐਸਾ ਕਰ ਬੂਝਿਆ ਮੀਤ ਹਮਾਰਾ ਸੋਏ। ਸਾਡਾ ਮਿੱਤਰ ਹੀ ਉਹ ਹੈ ਜਿਹੜਾ ਇਹ ਭਾਵਨਾ ਮਨ 'ਚ ਰੱਖ ਕੇ ਜਿਉਂਦਾ ਹੈ ਕਿ ਮੈਂ ਸਾਰਿਆਂ ਤੋਂ ਨੀਵਾਂ ਹਾਂ। ਆਪਸ ਕੋ ਜੋ ਜਾਣੈ ਨੀਚਾ ਸੋਊ ਗਣੀਐ, ਸਭ ਤੇ ਉੱਚਾ ਜਾਂ ਕਾ ਮਨ ਹੋਏ ਸਗਲ ਕੀ ਰੀਨਾ। ਮਹਾਰਾਜ ਕਹਿੰਦੇ, ਜਿਹਦਾ ਮਨ ਸਾਰਿਆਂ ਦੀ ਚਰਨ ਧੂੜ ਬਣ ਗਿਆ, ਭਾਵ ਅਤਿਅੰਤ ਨਿਮਰਤਾ ਜਿਹਨੇ ਧਾਰਨ ਕਰਕੇ ਇਹ ਮਨ 'ਚ ਭਾਵਨਾ ਬਣਾ ਲਈ ਕਿ ਮੈਂ ਬਸ ਸਾਰਿਆਂ ਦੀ ਚਰਨ ਧੂੜ। ਵੇਖੋ ਇੱਥੇ ਇਹ ਵੀ ਗੱਲ ਸਮਝਣ ਵਾਲੀ ਹੈ। ਕਈ ਵਾਰ ਕਈ ਲੋਕ ਐਸੇ ਹੁੰਦੇ ਹਨ, ਅੰਦਰ ਹੰਕਾਰ ਹੁੰਦਾ ਹੈ, ਬਾਹਰੋਂ ਨਿਮਰਤਾ ਵਾਲਾ ਵਿਖਾਵਾ ਕਰਦੇ ਹਨ, ਗੱਲ ਥੋੜੀ ਵੀ ਬਰਦਾਸ਼ਤ ਨਹੀਂ ਹੁੰਦੀ ਹੈ। ਜਿਵੇਂ ਮਸਕੀਨ ਸਾਹਿਬ ਆਪਣੇ ਜੀਵਨ ਦੀ ਇੱਕ ਘਟਨਾ ਸੁਣਾਇਆ ਕਰਦੇ ਸਨ ਕਿ ਉਹ ਕਿਸੇ ਜਗ੍ਹਾ ਤੇ ਕਥਾ ਕਰਨ ਦੇ ਲਈ ਗਏ, 10-15 ਦਿਨ ਉਹਨਾਂ ਨੇ ਰਹਿਣਾ ਸੀ। ਜਦੋਂ ਐਨ ਸੰਗਤ ਦਾ ਇਕੱਠ ਹੋਣਾ ਨਾ, ਇੱਕ ਬੰਦੇ ਨੇ ਮਸਕੀਨ ਸਾਹਿਬ ਜੀ ਦੇ ਕੋਲ ਆਉਣਾ, ਕਹਿਣਾ, ਜੀ ਮੈਂ ਬੜਾ ਮਾੜਾ, ਮੈਂ ਬੜਾ ਨੀਵਾਂ, ਮੈਂ ਬੜਾ ਨੀਚ ਹਾਂ। ਚਲੋ ਮਸਕੀਨ ਸਾਹਿਬ ਕਹਿਣ ਲੱਗੇ, ਕੋਈ ਨਾ ਭਾਈ, ਇਦਾਂ ਨਹੀਂ ਕਹੀਦਾ, ਗੁਰੂ ਸਾਹਿਬ ਨੂੰ ਉੱਚਾ ਬਣਾਵੇ। ਉਹਨਾਂ ਨੇ 2-4 ਦਿਨ ਮਹਿਸੂਸ ਕੀਤਾ, ਇਹ ਰੋਜ਼ ਹੀ ਆ ਜਾਇਆ ਕਰਨਾ ਜਦੋਂ ਸੰਗਤ ਹੋਣੀ ਨਾ, ਸੰਗਤ ਦੇ ਵਿੱਚ ਇਹ ਵਿਖਾਵਾ ਕਰਨ ਦੇ ਲਈ ਕਿ ਮਸਕੀਨ ਸਾਹਿਬ ਵੀ ਸਮਝਣ ਤੇ ਬਾਕੀ ਸੰਗਤ ਵੀ ਸਮਝੇ ਕਿ ਕਿੰਨੀ ਨਿਮਰਤਾ ਵਾਲਾ ਹੈ। ਉਹ ਕਹਿੰਦੇ 2-4 ਦਿਨ 3 ਦਿਨ ਜਦੋਂ ਆਇਆ ਨਾ, ਥੋੜਾ ਮੈਂ ਵੀ ਮਹਿਸੂਸ ਕੀਤਾ ਕਿ ਇਹ ਕੁਝ ਜ਼ਿਆਦਾ ਹੀ ਵਿਖਾਵਾ ਕਰ ਰਿਹਾ ਹੈ। ਉਹ ਫਿਰ ਇੱਕ ਦਿਨ ਮਸਕੀਨ ਸਾਹਿਬ ਨੇ ਕਹਿ ਦਿੱਤਾ, ਹਾਂ ਮੈਂ ਵੀ ਵੇਖ ਰਿਹਾ ਹਾਂ, ਤੇਰਾ ਆਉਣਾ ਜਾਣਾ ਰਹਿਣਾ ਸੰਗਤ ਦੇ ਵਿੱਚ ਵਿਚਰਨਾ ਵਾਕਿਆ ਹੀ ਹੈ ਤੇ ਤੇਰੇ ਕੰਮ ਨੀਵੇਂ ਹੀ ਨੇ, ਬਹੁਤਾ ਚੰਗਾ ਕੋਈ ਤੂੰ ਨਹੀਂ ਹੈ। ਹੁਣ ਜਦੋਂ ਪਹਿਲਾਂ ਤੇ ਉਹ ਕਹਿੰਦਾ ਸੀ ਮੈਂ ਬੜਾ ਨੀਵਾਂ ਜੀ, ਮੈਂ ਬੜਾ ਨੀਵਾਂ, ਹੈ ਸੀ ਵਿਖਾਵਾ ਕਿ ਲੋਕ ਸਮਝਣ ਉੱਚੇ, ਮਸਕੀਨ ਸਾਹਿਬ ਕਹਿਣ ਬੜਾ ਉੱਚਾ ਹੈ। ਪਰ ਜਦੋਂ ਮਸਕੀਨ ਸਾਹਿਬ ਨੇ ਕਹਿ ਦਿੱਤਾ, ਹਾਂ ਮੈਂ ਵੇਖਿਆ ਤੇਰੇ ਕਰਮ ਕੋਈ ਬਹੁਤੇ ਚੰਗੇ ਨਹੀਂ ਹੈ, ਤੂੰ ਨੀਵਾਂ ਹੀ ਹੈ, ਕਰਮ ਤੇਰੇ ਨੀਵੇਂ ਹੀ ਹਨ, ਅੰਦਰ ਬੜੀ ਹੰਕਾਰ ਨੂੰ ਠੇਸ ਪਹੁੰਚੀ ਕਿ ਇਹ ਕੀ ਬਣ ਗਿਆ, ਇਹ ਤੇ ਉਲਟਾ ਹੀ ਗੱਲ ਬਣ ਗਈ। ਕਹਿੰਦੇ ਉਦੋਂ ਬਾਅਦ ਉਹ ਮੇਰੇ ਕੋਲ ਨਹੀਂ ਆਇਆ ਕਹਿਣ ਦੇ ਲਈ ਮੈਂ ਬੜਾ ਨੀਵਾਂ। ਕਹਿਣ ਦਾ ਭਾਵ ਕਿ ਉਹ ਨਿਮਰਤਾ ਵਾਲੀਆਂ ਗੱਲਾਂ ਕਰਦਾ ਸੀ ਪਰ ਵਿਖਾਵਾ ਕਰ ਰਿਹਾ ਸੀ, ਅੰਦਰ ਨਿਮਰਤਾ ਨਹੀਂ ਸੀ। ਗੱਲ ਇੰਨੀ ਵੀ ਬਰਦਾਸ਼ਤ ਕਰਨ ਦੀ ਹਿੰਮਤ ਨਹੀਂ ਸੀ, ਨਿਮਰਤਾ ਦਾ ਵਿਖਾਵਾ ਨਹੀਂ। ਵਾਕਿਆ ਹੀ ਨਿਮਰਤਾ ਦਾ ਜੀਵਨ 'ਚ ਹੋਣਾ ਗੁਰਮਤਿ ਦਾ ਉਪਦੇਸ਼ ਹੈ। ਮਹਾਰਾਜ ਕਹਿੰਦੇ, ਜਾਂ ਕਾ ਮਨ ਹੋਏ ਸਗਲ ਕੀ ਰੀਨਾ, ਹਰ ਹਰ ਨਾਮ ਤਿਨ ਘਟ ਘਟ ਚੀਨਾ। ਜਿਹਦੇ ਹਰ ਘਟ ਹਿਰਦੇ ਮਨ ਅੰਦਰ ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ ਵਸ ਗਿਆ ਨਾ, ਰੋਮ ਰੋਮ ਦੇ ਵਿੱਚ ਉਹਦੇ ਅੰਦਰ ਵਾਕਿਆ ਹੀ ਹਿਰਦੇ ਕਰਕੇ ਮਨ ਕਰਕੇ ਨਿਮਰਤਾ ਬਣਦੀ ਹੈ। ਮਨ ਆਪਣੇ ਤੇ ਬੁਰਾ ਮਿਟਾਨਾ, ਜਿਹਨੇ ਆਪਣੇ ਮਨ ਚੋਂ ਕਿਸੇ ਦੂਜੇ ਦਾ ਬੁਰਾ ਕਰਨ ਵਾਲੀ ਭਾਵਨਾ ਨੂੰ ਮਿਟਾ ਲਿਆ, ਬੁਰਾ ਕਰਨ ਵਾਲੀ ਬਿਰਤੀ ਨੂੰ ਮਿਟਾ ਲਿਆ। ਕਿਉਂਕਿ ਗੁਰਮਤਿ ਦਾ ਇਹ ਵੀ ਸਾਡੇ ਲਈ ਬੜਾ ਉੱਚਾ ਉਪਦੇਸ਼ ਹੈ ਕਿ ਪਰ ਕਾ ਬੁਰਾ ਨਾ ਰਾਖੋ ਚੀਤ, ਤੁਮ ਕੋ ਦੁੱਖ ਨਹੀਂ ਭਾਈ ਮੀਤ।
ਕਿਸੇ ਦਾ ਬੁਰਾ ਕਰਨਾ ਵੀ ਨਹੀਂ ਹੈ, ਕਿਸੇ ਬਾਰੇ ਬੁਰਾ ਸੋਚਣਾ ਵੀ ਨਹੀਂ ਹੈ। ਬੁਰਾ ਕਰਨ ਦੀ ਤਾਂ ਬਿਰਤੀ ਹੀ ਮਨ ਤੋਂ ਗੁਰੂ ਕੇ ਸਿੱਖ ਨੇ ਮਿਟਾ ਦੇਣੀ ਹੈ। ਬਸ ਭਲਾ ਹੀ ਭਲਾ ਕਰਨ ਵਾਲਾ ਗੁਰੂ ਕੇ ਸਿੱਖ ਦਾ ਜੀਵਨ ਹੋਵੇ। ਤੇ ਰੋਜ਼ ਆਪਾਂ ਭਲੇ ਦੀ ਤੇ ਗੁਰੂ ਅੱਗੇ ਅਰਦਾਸ ਕਰਦੇ ਹਾਂ ਕਿ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਮਹਾਰਾਜ ਕੋਲੋਂ ਅਸੀਂ ਸਾਰਿਆਂ ਦਾ ਭਲਾ ਮੰਗਦੇ ਹੋਈਏ ਤੇ ਆਪ ਬੁਰਾ ਕਰਨ ਤੇ ਉਤਰੇ ਹੋਈਏ, ਫਿਰ ਕਾਦੀ ਗੁਰਸਿੱਖੀ ਹੋਈ। ਮਹਾਰਾਜ ਕਹਿੰਦੇ ਭਲਾ ਕਰਨ ਵਾਲੀ ਬਿਰਤੀ ਬਣਾਉਣੀ ਹੈ। ਮਨ ਆਪਣੇ ਤੇ ਬੁਰਾ ਮਿਟਾਨਾ, ਪੇਖੈ ਸਗਲ ਸ੍ਰਿਸ਼ਟ ਸਾਜਨਾ। ਸਾਰਿਆਂ ਨੂੰ ਆਪਣੇ ਸੱਜਣ ਸਮਝੋ, ਸਾਰਿਆਂ ਨੂੰ ਆਪਣੇ ਮਿੱਤਰ ਸਮਝੋ। ਚੰਗਾ ਨਜ਼ਰੀਆ, ਚੰਗੀ ਦ੍ਰਿਸ਼ਟੀ ਬਣਾਵੋ। ਜਿਵੇਂ ਅਸੀਂ ਆਪਣੇ ਮਿੱਤਰਾਂ ਸੱਜਣਾ ਦਾ ਬੁਰਾ ਨਹੀਂ ਸੋਚਦੇ ਹਾਂ, ਬੁਰਾ ਨਹੀਂ ਕਰਦੇ ਹਾਂ। ਮਹਾਰਾਜ ਕਹਿੰਦੇ ਤੇਰਾ ਨਜ਼ਰੀਆ ਗੁਰੂ ਕਿਆ ਸਿੱਖਾ ਇਦਾਂ ਦਾ ਬਣ ਜਾਏ, ਤੈਨੂੰ ਸਾਰੇ ਹੀ ਤੇਰੇ ਮਿੱਤਰ ਲੱਗਣ ਤੇ ਤੂੰ ਕਿਸੇ ਬਾਰੇ ਵੀ ਬੁਰਾ ਨਾ ਸੋਚੇ, ਬੁਰਾ ਨਾ ਚਿਤਵੇਂ। ਇਹ ਆ ਗੁਰਸਿੱਖੀ। ਸੂਖ ਦੂਖ ਜਨ ਸਮ ਦ੍ਰਿਸ਼ਟੇਤਾ। ਅਖੀਰ ਚ ਮਹਾਰਾਜ ਕਹਿੰਦੇ ਜਿਸ ਗੁਰਮੁਖ ਦੀ ਇਹ ਨਜ਼ਰੀਆ ਬਣ ਗਿਆ ਕਿ ਜਿਹਨੂੰ ਸੁੱਖ ਤੇ ਦੁੱਖ ਹੁਣ ਇੱਕੋ ਜਿਹੇ ਲੱਗਦੇ ਹਨ। ਭਾਵ ਜਿਹੜਾ ਸੁੱਖ ਵੇਲੇ ਵੀ ਅਕਾਲ ਪੁਰਖ ਨੂੰ ਅਰਾਧਦਾ ਕਹਿੰਦਾ ਹੈ, ਇਹ ਪੇਦਾਤ ਤੇਰੀ ਦਾ ਧਾਰ। ਜੇ ਦੁੱਖ ਆਇਆ ਤੇ ਜਿਹੜਾ ਉਦੋਂ ਵੀ ਕਹਿੰਦਾ ਹੈ ਕਿ ਤੇਰਾ ਕੀਆ ਮੀਠਾ ਲਾਗੇ। ਇਹ ਸਭ ਵਾਹਿਗੁਰੂ ਦੀਆਂ ਦਾਤਾਂ ਜਿਨੇ ਹੱਸ ਕੇ ਝੋਲੀ ਚ ਪਵਾ ਲਈਆਂ। ਨਾਨਕ ਪਾਪ ਪੁੰਨ ਨਹੀਂ ਲੇਪਾ। ਉਸ ਮਨੁੱਖ ਤੇ ਕਿਸੇ ਤਰ੍ਹਾਂ ਦੇ ਕਿਸੇ ਪਾਪ ਦਾ, ਪੁੰਨ ਦਾ, ਕਿਸੇ ਤਰ੍ਹਾਂ ਦੀ ਕਿਸੇ ਮੈਲ ਦੇ ਛਿੱਟੇ ਉਸ ਮਨੁੱਖ ਦੀ ਸ਼ਖਸੀਅਤ ਤੇ ਜੀਵਨ ਤੇ ਨਹੀਂ ਜੇ ਰਹਿੰਦੇ। ਜਿਹਦਾ ਸੁੱਖ ਤੇ ਦੁੱਖ ਦੇ ਪ੍ਰਤੀ ਸਮ ਨਜ਼ਰੀਆ ਬਣ ਗਿਆ, ਜਿਹਦੇ ਮਨ ਚੋਂ ਬੁਰਾ ਕਰਨ ਦੀ ਭਾਵਨਾ ਖਤਮ ਹੋ ਗਈ, ਜਿਹਨੇ ਮਨ ਕਰਕੇ ਨਿਮਰਤਾ, ਨਿਮਾਨਤਾ, ਨਿਰਵਾਣਤਾ ਨੂੰ ਧਾਰਨ ਕਰ ਲਿਆ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਇਹਨਾਂ ਸਮੁੱਚੇ ਉਪਦੇਸ਼ਾਂ ਦੇ ਰਾਹੀਂ ਇੱਕ ਤਾਂ ਵਾਰ-ਵਾਰ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਦੇ ਨਾਲ ਜੁੜਨ ਦਾ ਉਪਦੇਸ਼ ਬਖਸ਼ਦੇ ਨੇ, ਕਿਉਂਕਿ ਇਹੀ ਗੁਰਮਤਿ ਦਾ ਤੱਤ ਸਾਰ ਹੈ। ਬਿਨ ਹਰ ਭਜਨ ਨਾਹੀ ਨਿਸਤਾਰਾ। ਨਾਮ ਦੇ ਨਾਲ ਜੁੜਨ ਦਾ ਉਪਦੇਸ਼ ਦਿੰਦੇ ਹਨ। ਦੂਜੇ ਨੰਬਰ ਤੇ ਗੁਰੂ ਸੰਗਤ 'ਚ ਜੁੜਨ ਦਾ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਬਿਸਰ ਗਈ ਸਭ ਤਾਤ ਪਰਾਈ। ਦੂਜਿਆਂ ਪ੍ਰਤੀ ਈਰਖਾ ਰੱਖਣ ਵਾਲੀ ਬਿਰਤੀ ਜੀਵਨ 'ਚੋਂ ਮੁੱਕ ਗਈ ਹੈ। ਪਰ ਮੁੱਕੀ ਕਿੱਦਾਂ ਹੈ? ਜਬ ਤੇ ਸਾਧ ਸੰਗਤ ਮੋਹਿ ਪਾਈ। ਜਦੋਂ ਦੀ ਸਾਧ ਸੰਗਤ ਦੀ ਦਾਤ ਮਿਲੀ ਹੈ ਨਾ, ਉਦੋਂ ਦਾ ਮਨ 'ਚੋਂ ਇਹ ਈਰਖਾ ਵਾਲਾ ਜਿਹੜਾ ਪਾਸਾ ਸੀ ਉਹ ਮੁੱਕ ਗਿਆ ਹੈ। ਇਸੇ ਤਰ੍ਹਾਂ ਮਹਾਰਾਜ ਕਹਿੰਦੇ ਭਰੀਐ ਮਤ ਪਾਪਾਂ ਕੈ ਸੰਗ ਉਹ ਧੋਪੈ ਨਾਮੈ ਕੈ ਰੰਗ। ਸੰਗਤ ਤੇ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦੀ ਰੰਗਤ ਸਾਡੇ ਮਨ ਨੂੰ, ਸਾਡੇ ਜੀਵਨ ਨੂੰ, ਸਾਡੀ ਸ਼ਖਸੀਅਤ ਨੂੰ ਉੱਚਾ ਬਣਾਉਣ ਵਾਲੀ ਹੈ। ਜੇ ਅਸੀਂ ਵਾਕਿਆ ਹੀ ਚਾਹੁੰਦੇ ਹਾਂ ਕਿ ਸਾਡੀ ਸ਼ਖਸੀਅਤ ਉਹ ਸ਼ਖਸੀਅਤ ਬਣੇ ਜੋ ਗੁਰੂ ਸਾਨੂੰ ਬਣਾਉਣਾ ਚਾਹੁੰਦੇ ਹਨ, ਜਿੱਦਾਂ ਦੀ ਗੁਰਬਾਣੀ ਦੇ ਰਾਹੀਂ ਗੁਰੂ ਨੇ ਗੁਰੂ ਕੇ ਸਿੱਖ ਦੀ ਇੱਕ ਕਲਪਨਾ ਕੀਤੀ ਹੈ, ਜੇ ਅਸੀਂ ਵਾਕਿਆ ਹੀ ਉੱਦਾਂ ਦਾ ਬਣਨਾ ਹੈ, ਉਹਦੇ ਲਈ ਫਿਰ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈਏ। ਆਪਣਾ ਆਪ ਗੁਰੂ ਅੱਗੇ ਭੇਟ ਕਰਨਾ ਪਵੇਗਾ, ਗੁਰੂ ਕੇ ਹੁਕਮ ਨੂੰ ਕਮਾਉਣਾ ਪਵੇਗਾ, ਫਿਰ ਸਾਡਾ ਜੀਵਨ ਉੱਚਾ ਬਣ ਸਕਦਾ ਹੈ। ਸਤਿਗੁਰੂ ਮਿਹਰ ਕਰਨ, ਸਭ ਦੀ ਝੋਲੀ 'ਚ ਨਾਮ ਬਾਣੀ ਦੀਆਂ ਦਾਤਾਂ ਪਾਉਣ, ਨਿਮਰਤਾ ਦੀ ਦਾਤ, ਸਬਰ ਸੰਤੋਖ ਦੀ ਦਾਤ ਔਰ ਇਸੇ ਤਰ੍ਹਾਂ ਸਤ ਸੰਗਤ ਦੀ ਦਾਤ ਬਖਸ਼ਿਸ਼ ਕਰਨ। ਗੁਰਬਾਣੀ ਦੀ ਵਿਚਾਰ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਗਲਤੀਆਂ ਅਣਜਾਣ ਦਾਸਰਾ ਸਮਝਦਿਆਂ ਨਾ ਚਿਤਾਰਨੀਆਂ, ਗੱਜ ਵੱਜ ਕੇ ਗੁਰੂ ਫਤਿਹ ਦੀ ਸਾਂਝ ਪਾਓ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ